ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਯਹੀ ਆਸ ਪੂਰਨ ਕਰਹੁ ਤੁਮ ਹਮਾਰੀ। ਮਿਟੈ ਕਸ਼ਟ ਗਊਨ ਛੁਟੈ ਖੇਦ ਭਾਰੀ। ਫਤਿਹ ਸਤਿਗੁਰੂ ਕੀ ਜਗਤ ਸਿਉ ਬੁਲਾਉ। ਸਭਨ ਕੋ ਸ਼ਬਦ ਵਾਹੇ ਵਾਹੇ ਦ੍ਰਿੜਾਉ। ਕਰਹੂੰ ਖਾਲਸਾ ਪੰਥ ਤੀਸਰ ਪ੍ਰਵੇਸਾ। ਜਗੈ ਸਿੰਘ ਜੋ ਦੇ ਧਰੇ ਨੀਲ ਭੇਸਾ। ਠਾਢ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ। ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਏ। ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਜੁੜ ਕਰਕੇ ਆਓ। ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਆ ਫਤਿਹ ਦਾ ਨਾਰਾ ਬੁਲੰਦ ਕਰੀਏ। ਪ੍ਰੇਮ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤਿੰਨਾਂ ਦੇ ਨਿਰਦੇਸ਼ਾਂ ਅਨੁਸਾਰ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਜੋ ਹੁਕਮ ਦਾਸ ਨੂੰ ਹੋਇਆ ਕਿ ਆਪ ਸਭ ਸੰਗਤਾਂ ਤੱਕ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਸਮੁੱਚੇ ਹੀ ਜਥੇਦਾਰ ਸਾਹਿਬਾਨਾਂ ਦੇ ਇਤਿਹਾਸ ਬਾਰੇ ਸਾਂਝ ਆਪ ਸਭ ਸੰਗਤਾਂ ਤੱਕ ਪਾਈ ਜਾਵੇ, ਕਿਉਂਕਿ ਇਹ ਉਹ ਅਕਾਲੀ ਪੰਥ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਜਿਸ ਅਕਾਲੀ ਪੰਥ ਦੇ ਜਥੇਦਾਰਾਂ ਦਾ ਸਾਰਾ ਜੀਵਨ ਹੀ ਕੁਰਬਾਨੀਆਂ ਵਿੱਚ ਬਤੀਤ ਹੋਇਆ। ਜੇ ਇਤਿਹਾਸ ਵਾਚਿਆ ਜਾਵੇ ਤੇ ਉਹਨਾਂ ਸਮਿਆਂ ਦੇ ਵਿੱਚ ਪੰਥ ਦੀ ਵਾਗਡੋਰ ਸਾਂਭੀ ਜਿਨ੍ਹਾਂ ਸਮਿਆਂ ਦੇ ਵਿੱਚ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ। ਸੋ ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਇਤਿਹਾਸ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖਤ ਦੇ ਜਥੇਦਾਰ ਸਾਹਿਬਾਨਾਂ ਦੇ ਇਤਿਹਾਸ ਤੇ ਆਪ ਸਭ ਸੰਗਤਾਂ ਨਾਲ ਸਾਂਝ ਪਾਉਣ ਜਾ ਰਹੇ ਹਾਂ। ਸਤਿਗੁਰ ਕਿਰਪਾ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰ ਕਰਵਾਉਣ। ਗੁਰੂ ਪਿਆਰ ਵਾਲਿਓ, ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਅਗੰਮੀ ਬਚਨਾਂ ਦਾ ਸਦਕਾ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵਿਚਰ ਰਿਹਾ ਹੈ। ਇਸ ਦੀ ਸਥਾਪਨਾ ਦੇ ਪਰਥਾਏ ਮੈਂ ਆਪ ਜੀ ਦੇ ਨਾਲ ਸਾਂਝ ਪਾਵਾਂ। ਖਾਲਸਾ ਜੀ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸੁਭ ਬੰਸ ਪ੍ਰਧਾਨਾ। ਪੂਰਬ ਜੋਤ ਪਠੈ ਦੇ ਆਇਸ ਤੇ ਸਭ ਆਪਨ ਮਤੁਰ ਜਾਨਾ। ਖੁਦ ਖੁਦਾ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਤੇ ਆਏ, ਸੰਸਾਰ ਤੇ ਪ੍ਰਗਟ ਹੋਏ। ਤਿੰਨ ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ। ਸੰਸਾਰ ਤੇ ਖੁਦ ਨਿਰੰਕਾਰ ਨੇ ਬਾਬਾ ਨਾਨਕ ਦੇ ਰੂਪ ਦੇ ਵਿੱਚ ਆ ਕਰਕੇ ਜਿੱਥੇ ਇੱਕ ਅਗੰਮੀ ਜੀਵਨ ਜਾਚ ਸਿਖਾਈ। ਤੇ ਪਿਆਰ ਵਾਲਿਓ, ਸੱਚ ਹੈ ਕਿ ਅਗੰਮੀ ਜੀਵਨ ਜਾਚ ਸਿਖਾਉਣ ਦੇ ਨਾਲ ਨਾਲ ਸੰਸਾਰ ਦੇ ਲੋਕਾਂ ਨੂੰ ਨਿਰੰਕਾਰ ਤਾਈਂ ਜੋੜਿਆ। ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਆਉਣ ਦੇ ਕਾਰਨ ਦੱਸੇ ਤੇ ਉਹ ਲਿਖਦੇ ਨੇ ਕਿ ਦੇਨ ਆਸਰਾ ਏਕ ਸਰਨ ਕੋ, ਕੁਮਤ ਕੁਚਾਲ ਕੁਕਰਮ ਹਰਨ ਕੋ, ਪੀਰ ਮੀਰ ਸਿੱਧ ਦਰਪ ਛਰਨ ਕੋ, ਵਾਹਿਗੁਰੂ ਕੇ ਜਾਪ ਰਰਨ ਕੋ। ਸਤਿਗੁਰੂ ਗੁਰੂ ਨਾਨਕ ਸਾਹਿਬ ਆਏ ਸੰਸਾਰ ਦੇ ਲੋਕਾਂ ਨੂੰ ਇੱਕ ਨਿਰੰਕਾਰ ਦਾ ਆਸਰਾ ਦੇਣ ਦੇ ਲਈ। ਤੇ ਜਿਹੜੇ ਕੁਮਤ ਕੁਚਾਲ ਕੁਕਰਮ ਹਰਨ ਕੋ, ਜਿਹੜੇ ਕੁਮਤ ਭਾਵ ਕਿ ਜਿਨ੍ਹਾਂ ਦੀ ਮੱਤ ਉਹ ਭੈੜੇ ਕੰਮਾਂ ਵਿੱਚ ਗਲਕਤ ਹੋ ਗਈ,
ਕੁਮੱਤ ਕੁਚਾਲ, ਜਿਨ੍ਹਾਂ ਦੀ ਚਾਲ ਚੰਗੀ ਨਹੀਂ ਰਹੀ। ਜਿਵੇਂ ਗੁਰੂ ਸਾਹਿਬ ਦੀ ਬਾਣੀ ਵਿੱਚ ਆਇਆ ਨਾ, ਚਲਤ ਕਤ ਟੇਢੇ ਟੇਢੇ ਟੇਢੇ, ਟੇਢੀ ਚਾਲ ਵਿੱਚ ਗਲਕਤ ਹੋ ਗਏ। ਭਾਵ ਨਿਰੰਕਾਰੀ ਚਾਲ ਤੋਂ ਵਾਂਝੇ ਹੋ ਕੇ ਤੇ ਸੰਸਾਰੀ ਚਾਲ ਦੇ ਵਿੱਚ ਉਲਝ ਗਏ। ਕੁਮੱਤ ਕੁਚਾਲ ਕੁਕਰਮ, ਤੇ ਜਿਨ੍ਹਾਂ ਨੇ ਸੰਸਾਰ ਤੇ ਭੈੜੇ ਕਰਮ ਕਰਨੇ ਸ਼ੁਰੂ ਕਰ ਦਿੱਤੇ, ਉਹਨਾਂ ਨੂੰ ਸਿੱਧੇ ਰਾਹ ਪਾਉਣ ਲਈ ਆਏ। ਪੀਰ ਮੇਰ ਸਿੱਧ ਦਰਪ ਛਰਨ ਕੋ, ਪੀਰਾਂ ਦੇ, ਫਕੀਰਾਂ ਦੇ, ਸਾਧੂਆਂ ਸੰਤਾਂ ਮਹਾਤਮਾਵਾਂ ਭਗਤਾਂ ਦੇ ਦੁੱਖ ਦੂਰ ਕਰਨ ਲਈ ਵਾਹਿਗੁਰੂ ਕੇ ਜਾਪ ਪ੍ਰਰਨ ਕੋ। ਤੇ ਸਭ ਤੋਂ ਵੱਡੀ ਗੱਲ, ਸੰਸਾਰ ਦੇ ਲੋਕਾਂ ਨੂੰ ਨਿਰੰਕਾਰ ਦਾ ਨਾਮ, ਵਾਹਿਗੁਰੂ ਦਾ ਨਾਮ ਰਟਾਉਣ ਲਈ ਆਏ। ਜਿਵੇਂ ਉਗਰਦੰਤੀ ਨਾਮ ਦੀ ਬਾਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਕਿ ਸਭਨ ਕੋ ਸ਼ਬਦ ਵਾਹੇ ਵਾਹਿ ਦ੍ਰਿੜਾਉ, ਕਿ ਸਾਰਿਆਂ ਨੂੰ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਦ੍ਰਿੜ ਕਰਵਾਵਾਂਗੇ। ਸੋ ਕਵੀ ਸੰਤੋਖ ਸਿੰਘ ਲਿਖਦੇ ਕਿ ਠੀਕ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਵੀ ਇਸੇ ਕਰਕੇ ਆਏ ਕਿ ਸੰਸਾਰ ਦੇ ਲੋਕ ਨਿਰੰਕਾਰ ਦੇ ਨਾਮ ਵਾਹਿਗੁਰੂ ਦੇ ਵਿੱਚ ਸੁਰਤ ਜੋੜ ਸਕਣ। ਪਿਆਰ ਵਾਲਿਓ, ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਝਾਤ ਆਪ ਜੀ ਨਾਲ ਸਾਂਝੀ ਕਰਾਂ। ਇਤਿਹਾਸ ਦੇ ਪੰਨਿਆਂ 'ਤੇ ਬਚਨ ਮਿਲਦੇ ਨੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕਰਦੇ ਨੇ ਕਿ ਵਜਾਈ ਵੇ ਮਰਦਾਨਿਆਂ ਮੇਰੇ ਅਕਾਲ ਦੀ ਰਬਾਬ, ਆ ਬਹਿ ਕੇ ਮੁਕੰਮਲ ਕਰੀਏ ਮੇਰੇ ਸਾਹਿਬ ਦਾ ਸੁੱਚਾ ਖੁਆਬ। ਸਤਿਗੁਰੂ ਗੁਰੂ ਨਾਨਕ ਸਾਹਿਬ ਸੰਗਤਾਂ ਤਾਈਂ ਨਿਰੰਕਾਰ ਦਾ ਉਪਦੇਸ਼ ਦਿੰਦੇ ਆ। ਅਤੇ ਉਨੇ ਦਿਨੀ ਪਿਆਰ ਵਾਲਿਓ, ਜਿੱਥੇ ਸੰਗਤ ਦਾ ਇਕੱਠ ਹੁੰਦਾ, ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸੰਗਤ ਦੇ ਵਿੱਚ ਇੱਕ 7 ਸਾਲ ਦੀ ਆਯੂ ਦਾ ਬਾਲਕ, ਉਹ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅਗੰਮੀ ਬਚਨਾਂ ਨੂੰ ਸੁਣਦਾ। ਐਸਾ ਪ੍ਰੇਮ ਉਸ ਬਾਲਕ ਦੇ ਹਿਰਦੇ ਵਿੱਚ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਬਚਨ ਕਰਨੇ, ਉਹਨਾਂ ਦੇ ਨੇਤਰਾਂ ਦੇ ਵਿੱਚੋਂ ਨੀਰ ਵਹਿ ਤੁਰਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਵੱਲ ਟਿਕ ਟਿਕੀ ਲਾ ਕੇ ਵੇਖਣਾ, ਬੜੇ ਹੀ ਧਿਆਨ ਦੇ ਨਾਲ ਬਚਨ ਸੁਣਨੇ, ਅਤੇ ਉਹਨਾਂ ਦੇ ਚਿਹਰੇ 'ਤੇ ਇੱਕ ਵੱਖਰਾ ਤੇਜ ਹੈ, ਵੱਖਰੀ ਰੌਣਕ ਹੈ। ਇੱਕ ਦਿਨ ਸੁਭਾਵਿਕ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਨਿੱਕੀ ਜਿਹੀ ਆਯੂ ਦੇ ਬਾਲਕ ਨੂੰ ਆਪਣੇ ਨਿਕਟ ਬੁਲਾਇਆ, ਪੁੱਛਿਆ ਕਿ ਇਤਨੀ ਛੋਟੀ ਆਯੂ, ਜਿਸ ਆਯੂ ਦੇ ਵਿੱਚ ਬੱਚਿਆਂ ਨੂੰ ਪਰਮਾਤਮਾ ਦੀ, ਧਰਮ ਦੀ ਸੋਝੀ ਨਹੀਂ ਹੁੰਦੀ, ਬਲਕਿ ਖੇਡਾਂ ਕੂਦਾਂ ਦੇ ਵਿੱਚ ਆਪਣੀ ਆਯੂ ਬਤੀਤ ਕਰਦੇ ਆ, ਇਸ ਨਿੱਕੀ ਜਿਹੀ ਆਯੂ ਦੇ ਵਿੱਚ ਪਰਮਾਰਥ ਦੇ ਰਾਹ 'ਤੇ ਤੁਰਨ ਦੀ ਜਾਗ ਕਿਵੇਂ ਲੱਗ ਗਈ। ਅਤੇ ਉਸ ਨਿੱਕੇ ਜਿਹੇ ਬੱਚੇ ਨੇ ਅੱਗੋਂ ਬਚਨ ਇਹ ਕੀਤੇ ਕਿ ਬਾਬਾ, ਮੈਂ ਜਮਾਂ ਦੀ ਮਾਰ ਤੋਂ ਬਚਣਾ ਚਾਹੁੰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪਹਿਲਾ ਤਾਂ ਇਹ ਕਿ ਪਰਮਾਰਥ ਦੇ ਰਾਹ 'ਤੇ ਤੁਰਨ ਦੀ ਜਾਗ, ਅਤੇ ਦੂਸਰਾ ਜਮਾਂ ਦੀ ਮਾਰ ਤੋਂ ਬਚਣ ਦੀ ਸੋਝੀ ਕਿਵੇਂ ਹੋਈ। ਅਤੇ ਉਹ ਕਹਿਣ ਲੱਗੇ ਕਿ ਸਤਿਗੁਰੂ, ਮੈਂ ਆਪਣੀ ਮਾਂ ਨੂੰ ਖਾਣਾ ਪਕਾਉਂਦੇ ਹੋਏ ਵੇਖਿਆ, ਚੁੱਲ੍ਹਾ ਬਾਲਦੇ ਹੋਏ ਵੇਖਿਆ। ਮੈਂ ਵੇਖਿਆ ਜਦੋਂ ਚੁੱਲ੍ਹੇ ਦੇ ਵਿੱਚ ਲੱਕੜਾਂ ਬਲ ਰਹੀਆਂ ਸਨ, ਅੱਗ ਬਲ ਰਹੀ ਸੀ, ਅਤੇ ਅੱਗ ਨੇ ਸਭ ਤੋਂ ਪਹਿਲਾਂ ਆਪਣੀ ਪਕੜ ਦੇ ਵਿੱਚ ਛੋਟੀਆਂ ਲੱਕੜਾਂ ਨੂੰ ਲਿਆ, ਬਲਕਿ ਵੱਡੀਆਂ ਲੱਕੜਾਂ ਨੂੰ ਅੱਗ ਨੇ ਬਾਅਦ ਵਿੱਚ ਸਾੜਿਆ, ਪਹਿਲਾਂ ਛੋਟੀਆਂ ਲੱਕੜਾਂ ਨੂੰ ਸਾੜਿਆ। ਮੈਂ ਸੋਚਿਆ ਜਿੱਦਣ ਜਮਾਂ ਦੀ ਅੱਗ ਬਲ ਗਈ, ਉਦਣ ਮੈਂ ਵੀ ਛੋਟਾ ਵਾਂ, ਅਤੇ ਜਿਵੇਂ ਛੋਟੀਆਂ ਲੱਕੜਾਂ ਪਹਿਲਾਂ ਸੜ ਗਈਆਂ, ਕਿਤੇ ਮੈਂ ਵੀ ਨਾ ਸੜ ਜਾਵਾਂ। ਮੈਂ ਪਹਿਲਾਂ ਹੀ ਆਪਣੀ ਜ਼ਿੰਦਗੀ ਦੀ ਬਾਜੀ ਜਿੱਤਣਾ ਚਾਹੁੰਦਾ। ਬਾਬਾ ਕਿਰਪਾ ਕਰ, ਮੈਨੂੰ ਉਹ ਨਾਮ ਬਖਸ਼ ਜਿਹਦੇ ਕਰਕੇ ਮੈਂ ਜ਼ਿੰਦਗੀ ਦੀ ਬਾਜੀ ਜਿੱਤ ਜਾਵਾਂ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਬਾਲ ਅਵਸਥਾ ਤੋਂ ਹੀ ਜਪਣਾ ਸ਼ੁਰੂ ਕਰ ਦੇ। ਅਤੇ ਗੁਰੂ ਨਾਨਕ ਸਾਹਿਬ ਮੁਸਕਰਾਏ। ਮਹਾਰਾਜ ਨੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਿਆ, ਆਪਣੇ ਅੰਮ੍ਰਿਤ ਭਰੇ ਨੇਤਰਾਂ ਦੇ ਨਾਲ ਤੱਕਿਆ ਅਤੇ ਕਹਿਣ ਲੱਗੇ, ਤੇਰਾ ਨਾਮ ਕੀ ਹੈ। ਉਹਨਾਂ ਦੇ ਬਚਨ ਸਾਂਝੀ, ਮੇਰਾ ਨਾਮ ਬੂੜਾ। ਅਤੇ ਕਹਿਣ ਲੱਗੇ, ਤੂੰ ਨਿਰੰਕਾਰ ਦੇ ਘਰ ਦਾ ਬਾਬਾ ਬੁੱਢਾ। ਪਿਆਰ ਵਾਲਿਓ, ਉਹ 7 ਸਾਲ ਦਾ ਬੱਚਾ ਹੋਰ ਕੋਈ ਨਹੀਂ ਬਲਕਿ ਬਾਬਾ ਬੁੱਢਾ ਸਾਹਿਬ ਜੀ ਸਨ। ਅਤੇ ਸੱਚ ਹੈ, ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨ ਨੇ, ਬਸ ਬਜ਼ੁਰਗੀ ਹਸਤ ਅੰਦਰ ਯਾਦ ਊ, ਯਾਦ ਊ ਕੁਨ ਯਾਦ ਊ ਕੁਨ ਯਾਦ ਊ, ਕਿ ਰੱਬ ਦੇ ਘਰ ਦੇ ਵਿੱਚ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਬਜ਼ੁਰਗੀ ਕੀ ਹੈ, ਵਡਿਆਈ ਕੀ ਹੈ, ਅਸਲੀ ਸਿਆਣਪ ਕੀ ਹੈ, ਖੁਦਾ ਦੀ ਯਾਦ ਦੇ ਵਿੱਚ ਜੁੜੇ ਹੀ ਰਹਿਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੱਬੀ ਸਿਆਣਪ, ਰੱਬੀ ਬਜ਼ੁਰਗੀ ਦਾ ਖਿਤਾਬ ਬਾਬਾ ਬੁੱਢਾ ਸਾਹਿਬ ਜੀ ਨੂੰ ਦੇ ਦਿੱਤਾ। ਅਤੇ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੱਬੀ ਸਿਆਣਪ, ਰੱਬੀ ਬਜ਼ੁਰਗੀ ਦਾ ਖਿਤਾਬ ਦਿੱਤਾ, ਉੱਥੇ ਹੀ ਪਿਆਰ ਵਾਲਿਓ ਗੁਰੂ ਨਾਨਕ ਸਾਹਿਬ ਦੇ ਘਰੋਂ ਇਹ ਬਚਨ ਹੋਏ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਤੇਰੇ ਤੋਂ ਕਦੇ ਓਹਲੇ ਨਾ ਹੋਸਾਂ। ਹਮੇਸ਼ਾ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰੋਂ ਵਡਿਆਈ, ਮਾਣ ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਿਆ। ਭਾਵੇਂ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ
पोथी परमेश्वर का थान धन सतगुरु गुरु अर्जन देव महाराज सच्चे पातशाह ने किरपा करके आदि ग्रंथ साहिब की संपादना करके, क्योंकि हजे आदि ग्रंथ की संपादना हुई है, गुरियाई का गुरता गद्दी सतगुरु गुरु गोबिंद सिंह महाराज वेले मिलेगी। तो जदों सतगुरु गुरु अर्जन देव महाराज ने आदि ग्रंथ साहिब जी की संपादना करके प्रकाश कराया श्री हरमंदर साहब विखे, तो उस वक्त भी पहला गुरु का वजीर ग्रंथी सिंह साहिब वो भी बाबा बुढ़ा साहब जी नूं चुनिया गया। कैसा माण। ते सतगुरु गुरु नानक साहब के घर दे विच निमरता सहित हो करके बाबा जी ने सेवा कमाई। सतगुरु गुरु हरगोबिंद साहब महाराज सच्चे पातशाह ने भी किरपा की कि जिस वक्त महाराज ने अकाल बूंगे की सिरजना करनी सी, उस वक्त भी इतिहास के बोल ने किसी कारना हाथ लगायो बूढ़ा और गुरदास बनायो। बाबा बुढ़ा साहब जी ने भाई गुरदास जी ने मिल के अकाल बूंगे की स्थापना की, भाव के उसारी की। सो प्यार वालियो, महान बख्शिशां सतगुरु गुरु नानक साहब सच्चे पातशाह दे घरों ब्रह्म ज्ञानी बाबा बुढ़ा साहब जी नूं होईयां। ते मैं बेनती करां कि बाबा बुढ़ा साहब जी के नाम ते जो दल पंथ विचर रहा, श्रोमणी पंथ अकाली बुढ़ा दल, जो असल मायने विच पंजवां तख्त विचर रहा है, खालसा जी इहदी स्थापना के कारण की बने। ग्वालियर के किले के इतिहास नूं वाचीए। जिस वक्त मीरी पीरी दे मालक गुरु हरगोबिंद साहब सच्चे पातशाह ग्वालियर के किले विच ने, ते दवस्तान मज़ाहब दे विच मोहसन फानी ने लिखिया कि सतगुरु गुरु हरगोबिंद साहब सच्चे पातशाह के दर्शनां लई श्री अमृतसर साहब की धरती तो संगतां दे जथे जांदे, पर मिलन ना दिता जांदा। तां उस वक्त किले दियां कंधां नूं चुम करके सिजदा करके गुरु के सिख संगतां दे जथे वापस मुड़दे रहे। ते ब्रह्म ज्ञानी बाबा बुढ़ा साहब जी ने फिर उस वक्त प्यार वाले 30,000 सिख फौजां का जथा बनाया। सतगुरु गुरु हरगोबिंद साहब महाराज की रिहाई दे लई श्री ग्वालियर की धरती ते चाले पाए, पर बाबा बुढ़ा साहब जी के पहुँचण तो पहला गुरु हरगोबिंद साहब महाराज की रिहाई हो चुकी सी। 52 राजे भी सतगुरु गुरु हरगोबिंद साहब महाराज ने रिहा करा लए सन। तो उस वक्त जदों ब्रह्म ज्ञानी ब्रह्म बेते बाबा बुढ़ा साहब जी नूं तकिया, तो गुरु हरगोबिंद साहब महाराज सच्चे पातशाह ने बाबा बुढ़ा साहब जी नूं बड़े ही प्रेम भरे नेत्रां दे नाल तकदे होए बचन कहे, बाबा जी तुहाडे नाम ते निशान झुलणगे, नगारियां ते चोटां पैणगियां, तुहाडे नाम ते दल पंथ चलेगा, पले पलाए भुजंगी आउणगे, पड़े पड़ाए भुजंगी आउणगे, सच है रिद्धियां सिद्धियां दे नाल भरपूर होवेगा। प्यार वालिओ ये बचन कीते ते समा आया कि धन सतगुरु गुरु गोबिंद सिंह महाराज सच्चे पातशाह ने जिंदगी का आदर्श दसदियां जिथे ये कहा कि जिथे असां तीसरा पंथ चलाउणा है, तीसरा पंथ प्रगट करना है, उत्थे नेक पुरुषां नूं बचाउणा है, ते नेक पुरुषां नूं बचाउण दे नाल नाल पापियां दा जालमां दा नाश भी करना है, दुष्ट दोखियां नूं भी मुकाउणा है, ਜਿਹੜੇ ਜ਼ੁਲਮ कर रहे ने उन्हां नूं मार मुकाउणा है। सतगुरु ने बचन कीते, करहूँ खालसा पंथ तीसर परवेसा, जगे सिंह जोधे धरे नील भेसा, कि तीसरा पंथ प्रगट करांगे। ते इस पंथ दे विच ਉਹ ਯੋਧੇ ਆਉਣਗੇ ਜਿਨ੍ਹਾਂ ਦੇ ਸ਼ਰੀਰਾਂ ਦੇ ਉੱਤੇ ਨੀਲਾ ਬਾਣਾ ਫੱਬ ਪਾਉਂਦਾ ਹੋਵੇਗਾ, ਜਿਨ੍ਹਾਂ ਦੇ ਸ਼ਰੀਰਾਂ ਤੇ ਨੀਲਾ ਬਾਣਾ ਫੱਬਦਾ ਹੋਵੇਗਾ, ਤੇ ਨੀਲੇ ਬਾਣੇ ਦੇ ਉੱਤੇ तन के उत्ते शस्त्र जड़े होणगे, भाव शस्त्रधारी सिंह सूरमे होणगे। ऐसे सतगुरु गुरु गोबिंद सिंह महाराज ने बचन कीते। ते सच है कि अज भी गुरु कियां लाडलियां फौजां, गुरु के निहंग सिंह सूरमे तन के उत्ते नीला बाणा सजाउंदे ने। ते कई बार कुछ इतिहास तो अणजाण लोग ये बचन कर देंदे आ कि निहंग सिंघां दा इतिहास की है। मैं बेनती करां कि इतिहास है ही निहंग सिंघां दा, ये मुੱਢ है निहंग सिंघां दा पंथ। क्योंकि सतगुरु गुरु गोबिंद सिंह महाराज सच्चे पातशाह के इतिहास नूं जे किसे सांभिया ते अज भी गुरु के खालसे पंथ गुरु के निहंग सिंघां सांभिया। गुरु की विरासत, गुरु के दमाले वो भी निहंग सिंघां सांभे। गुरु की विरासत घोड़सवारी नूं निहंग सिंघां सांभिया। सरबलो दे पैरे नूं निहंग सिंघां ने सांभिया होया है। नीले बाणे नूं निहंग सिंघां ने सांभिया है। श्री आदि गुरु ग्रंथ साहब महाराज सच्चे पातशाह, श्री गुरु दसम ग्रंथ साहब जी की बाणी, श्री गुरु सरबलो ग्रंथ साहब जी की बाणी नूं जे किसी ने सांभिया तो उस गुरु के निहंग सिंघां ने सांभिया। ते प्यार वालिओ ये सच है कि सतगुरु गुरु गोबिंद सिंह महाराज ने महान बख्शिशां गुरु के
ਨਿਹੰਗ ਸਿੰਘਾਂ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਕੀਤੀਆਂ। ਮਹਾਰਾਜ ਨੇ ਨੀਲਾ ਬਾਣਾ ਬਖਸ਼ਿਆ। ਤਵਾਰੀਖ ਸਿੱਖਾਂ ਦੇ ਵਿੱਚ ਵੀ ਬਚਨ ਆਉਂਦਾ ਹੈ ਕਿ ਖਾਲਸੇ ਨੂੰ ਨੀਲਾ ਬਾਣਾ ਕਲਗੀਧਰ ਪਾਤਸ਼ਾਹ ਨੇ ਬਖਸ਼ਿਆ। ਉਹਦੇ ਵਿੱਚ ਬੋਲ ਨੇ ਕਿ ਵਾਹ ਲਿਵਾਸ ਨੀਲ ਗੂੰ ਅਖਤਿਆਰ ਕਰਦੇ, ਕਿ ਨੀਲਾ ਬਾਣਾ ਗੁਰੂ ਕਿਆਂ ਸਿੱਖਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਹੰਗ ਸਿੰਘਾਂ ਨੂੰ ਬਖਸ਼ਿਆ। ਅਤੇ ਭਾਈ ਗੁਰਦਾਸ ਜੀ ਜਿਹੜੇ ਦੂਸਰੇ ਭਾਈ ਗੁਰਦਾਸ ਜੀ ਹੋਏ ਨੇ, ਉਹਨਾਂ ਨੇ ਵੀ ਲਿਖਿਆ ਕਿ ਜਿਨ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ, ਸਿਰਕੇਸ ਧਾਰ ਗਹਿ ਖੜਗ ਕਉ ਸਭ ਦੁਸ਼ਟ ਪੁਛਾਰਾ, ਇਉਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ। ਨੀਲੰਬਰ ਧਾਰੇ ਇਹ ਨੀਲੇ ਬਾਣਿਆਂ ਵਾਲੇ ਸਿੰਘ ਪ੍ਰਗਟ ਹੋਏ। ਅਤੇ ਇੱਥੋਂ ਇਹ ਗਿਆਤ ਵੀ ਹੁੰਦਾ ਹੈ ਕਿ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗਰੀਬ ਕਿਰਤੀ ਲੋਕਾਂ ਨੂੰ ਇਹ ਸ਼ਾਹੀ ਲਿਬਾਸ ਬਖਸ਼ਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਾਹੀ ਲਿਬਾਸ ਬਖਸ਼ ਕਰਕੇ ਗਰੀਬ ਲੋਕਾਂ ਨੂੰ ਉੱਚਾ ਉਠਾਇਆ ਅਤੇ ਵਿਲੱਖਣ ਦਰਸਾਇਆ ਅਤੇ ਨੀਲਾ ਬਾਣਾ ਬਖਸ਼ਿਆ। ਮੈਂ ਬੇਨਤੀ ਕਰਾਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਉਸ ਖੁਦਾ ਨੂੰ, ਉਸ ਪਰਮਾਤਮਾ ਨੂੰ ਵੀ ਨੀਲੰਬਰ ਧਾਰੀ ਕਿਹਾ, ਨੀਲੇ ਬਾਣੇ ਵਾਲਾ ਕਿਹਾ। ਸਤਿਗੁਰੂ ਦੇ ਬਚਨ ਆਪਾਂ ਪੜ੍ਹ ਸਕਦੇ ਹਾਂ, ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ। ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੀਲੰਬਰ ਧਾਰੀ ਹੈ, ਉੱਥੇ ਸੱਚ ਹੈ ਕਿ ਅਕਾਲ ਦਾ ਪੁਜਾਰੀ ਅਕਾਲੀ ਨਿਹੰਗ ਸਿੰਘ ਸੂਰਮਾ ਖਾਲਸਾ ਵੀ ਨੀਲੰਬਰ ਧਾਰੀ ਹੈ। ਸੋ ਅਕਾਲੀ ਰੂਪ ਹੈ ਨੀਲ ਬਸਤਰ ਪਹਿਨਾਏ, ਜਪੇ ਜਾਪ ਗੁਰਬਰ ਅਕਾਲ ਸਰਬਰੋ ਪਹਿਰਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਕਿ ਉਹੀ ਅਕਾਲ ਪੁਰਖ ਦਾ ਰੂਪ ਹੈ ਜਿਹੜਾ ਨੀਲਾ ਬਾਣਾ ਤਨ 'ਤੇ ਧਾਰੇ, ਨੀਲੇ ਦਮਾਲੇ ਸਜਾਵੇ, ਜਿਹੜਾ ਗੁਰਬਰ ਅਕਾਲ ਦਾ ਜਾਪ ਜਪੇ। ਅਤੇ ਸੱਚ ਹੈ ਜਿਹੜਾ ਸਰਬਲੋ ਦਾ ਧਾਰਨੀ ਹੋਵੇ, ਸਰਬਲੋ ਦੇ ਸ਼ਸਤਰਾਂ ਦਾ ਵੀ ਧਾਰਨੀ ਹੋਵੇ, ਸਰਬਲੋ ਦੇ ਪਹਿਰੇ ਵਿੱਚ ਪੱਕਾ ਹੋਵੇ। ਸੋ ਬੇਨਤੀ ਕਰਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਿਆਰੇ ਪੰਥ ਦੀ ਨੀਂਹ ਹੈ ਸਿੱਖ, ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਿਆਰੇ ਪੰਥ ਦਾ ਕਲਸ਼ ਹੈ ਨਿਹੰਗ ਸਿੰਘ। ਨੀਂਹ ਹੈ ਸਿੱਖ ਅਤੇ ਕਲਸ਼ ਹੈ ਨਿਹੰਗ ਸਿੰਘ। ਇਸੇ ਕਰਕੇ ਬਚਨ ਪੜ੍ਹਦੇ ਕਿ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਜਿਹੜੀ ਸਿੱਖ ਸੰਗਤ ਗੁਰੂ ਨਾਨਕ ਸਾਹਿਬ ਨੇ ਚਲਾਈ, ਉਸੇ ਸਿੱਖ ਸੰਗਤ ਨੂੰ ਗੁਰੂ ਸਾਹਿਬ ਨੇ ਖਾਲਸਾ ਬਣਾ ਦਿੱਤਾ। ਇਹ ਨਿਹੰਗ ਸਿੰਘ ਇਹ ਕਲਸ਼ ਨੇ, ਕਲਸ਼ ਗੁਰੂ ਨਾਨਕ ਸਾਹਿਬ ਦੇ ਨਿਆਰੇ ਪੰਥ ਦੇ। ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਵਕਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਬੰਦਾ ਸਿੰਘ ਬਹਾਦਰ ਨੂੰ ਖੰਡੇ ਦੀ ਪੋਲ ਦੇ ਕਰਕੇ ਸਿੰਘ ਸਜਾਇਆ, ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣਾਇਆ, ਪੰਜਾਬ ਦੀ ਧਰਤੀ 'ਤੇ ਹੁਕਮ ਕੀਤਾ। ਅਤੇ ਪਿਆਰ ਵਾਲਿਓ, ਪੰਥ ਪ੍ਰਕਾਸ਼ ਦੇ ਵਿੱਚ ਭਾਈ ਰਤਨ ਸਿੰਘ ਹੋਣਾ ਦੇ ਬੋਲ ਨੇ ਕਿ ਬੰਦਾ ਸਿੰਘ ਬਹਾਦਰ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਹਮਾਰੇ ਸੰਗ ਭੇਜੀਏ ਸੋਊ, ਬਤਾਵੈ ਸਿੱਖਿਆ ਸਿੱਖੀ ਜਾਊ, ਕਿ ਮੇਰੇ ਨਾਲ ਉਹ ਸਿੰਘ ਸੂਰਮੇ ਭੇਜੋ ਜਿਹੜੇ ਸਿੱਖੀ ਦਾ ਮਾਰਗ ਦੱਸਦੇ ਰਹਿਣ, ਸਿੱਖੀ ਦੀ ਰਹਿਤ, ਸਿੱਖੀ ਦੀ ਮਰਿਆਦਾ ਦੱਸਦੇ ਰਹਿਣ, ਜਿਹੜੇ ਪੰਜਾਬ ਦੀ ਧਰਤੀ 'ਤੇ ਜਾ ਕਰਕੇ ਵੀ ਬਾਣੀ ਬਾਣੇ ਦਾ ਪ੍ਰਚਾਰ ਕਰਕੇ ਖਾਲਸੇ ਸਿੰਘ ਸੂਰਮੇ ਸਜਾਉਂਦੇ ਰਹਿਣ। ਅਤੇ ਪਿਆਰ ਵਾਲਿਓ, ਉਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਦਲ ਦੇ ਰੂਪ ਦੇ ਵਿੱਚ ਭੇਜਣਾ ਚਾਹਿਆ। ਅਤੇ ਉਸ ਵਕਤ ਦਲ ਪੰਥ ਦਾ ਜਥੇਦਾਰ ਜਦੋਂ ਚੁਣਿਆ ਗਿਆ, ਅਤੇ ਬੜੇ ਹੀ ਅਗੰਮੀ ਬਚਨ ਨੇ ਕਿ ਉਸ ਵਕਤ ਜਥੇਦਾਰ ਚੁਣਿਆ ਗਿਆ ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਜੀ ਨੂੰ। ਗੁਰਪੁਰ ਪ੍ਰਕਾਸ਼ ਦੇ ਵਿੱਚ ਬੋਲ ਨੇ ਕਿ ਪ੍ਰਿਥਮ ਵਿਨੋਦ ਸਿੰਘ ਜਥੇਦਾਰ, ਦੁੱਤੇ ਅਕਾਨ ਸਿੰਘ ਬਲਕਾਰ। ਅਤੇ ਹੁਣ ਮੈਂ ਬੇਨਤੀ ਕਰਾਂ ਵੀ ਜਰਾ ਅਨੁਭਵ ਕਰੋ ਕਿ ਜਿਸ ਵਕਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦਾ ਤਿਲਕ ਲਾਉਣਾ, ਅਤੇ ਉਸ ਵਕਤ ਵੀ ਮਹਾਰਾਜ ਨੇ ਤ੍ਰੇਹਣ ਕੁਲ ਦੇ ਵਿੱਚੋਂ ਭਾਈ ਲਹਿਣਾ ਜੀ ਨੂੰ ਤਿਲਕ ਲਾਇਆ ਅਤੇ ਗੁਰੂ ਅੰਗਦ ਸਾਹਿਬ ਦੇ ਰੂਪ ਦੇ ਵਿੱਚ ਉਜਾਗਰ ਕੀਤਾ। ਅਤੇ ਹੁਣ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਪੰਥ ਦਾ ਜਥੇਦਾਰ ਬਣਾਇਆ, ਅਤੇ ਮਹਾਰਾਜ ਨੇ ਵੀ ਉਸੇ ਤ੍ਰੇਹਣ ਕੁਲ ਦੇ ਵਿੱਚੋਂ ਗੁਰੂ ਅੰਗਦ ਸਾਹਿਬ ਦੀ 7ਵੀਂ ਵੰਸ਼ ਨੂੰ ਬਾਬਾ ਵਿਨੋਦ ਸਿੰਘ ਜੀ ਨੂੰ ਚੁਣਿਆ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਅਨੋਖੀ ਖੇਡ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਅਗੰਮੀ ਖੇਡਾਂ ਨੂੰ ਜਾਣਦੇ ਨੇ। ਸੋ ਕਲਗੀਧਰ ਪਾਤਸ਼ਾਹ ਜੀ ਨੇ 25 ਸਿੰਘਾਂ ਦਾ ਜਥਾ ਬਣਾਇਆ ਅਤੇ ਬਾਬਾ ਵਿਨੋਦ ਸਿੰਘ ਸਾਹਿਬ ਜੀ ਨੂੰ ਇੱਕ ਨਿਸ਼ਾਨ ਸਾਹਿਬ ਬਖਸ਼ਿਆ, ਇੱਕ ਨਗਾਰਾ ਸਾਹਿਬ ਬਖਸ਼ਿਆ, ਆਪਣੇ ਕਮਰ ਕੱਸੇ ਦੇ ਸ਼ਸਤਰ ਬਖਸ਼ੇ। ਅਤੇ ਪਿਆਰ ਵਾਲਿਓ, ਬੰਦਾ ਬਹਾਦਰ ਨੂੰ ਹੁਕਮ ਕੀਤਾ ਕਿ ਖਾਲਸੇ ਦੀ ਤਾਬਿਆ ਰਹਿ ਕਰਕੇ ਹੀ ਹਰ ਇੱਕ ਕਾਰਜ ਕਰਨਾ। ਹਮ ਮੈਂ ਉਨਮੈ ਭੇਦ ਕਿਛ ਨਾਹੀ,
ਉਨ ਮੈਂ ਹਮ ਓਏ ਹਮਰੇ ਮਾਹੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਬੰਦਾ ਸਿੰਘ ਬਹਾਦਰ, ਮੇਰੇ ਵਿੱਚ ਤੇ ਮੇਰੇ ਇਸ ਖਾਲਸੇ ਨਿਹੰਗ ਸਿੰਘ ਸੂਰਮਿਆਂ ਵਿੱਚ ਕੋਈ ਭੇਦ ਨਹੀਂ। ਮੈਂ ਇਹਨਾਂ ਵਿੱਚ ਵਸਦਾ ਤੇ ਇਹ ਮੇਰੇ ਵਿੱਚ ਵਸਦੇ ਨੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਤੇ ਤੂੰ ਖਾਲਸੇ ਦੀ ਤਾਬਿਆ ਚੱਲਣਾ ਹੈ, ਇਹਨਾਂ ਪੰਜਾਂ ਸਿੰਘਾਂ ਦੀ ਤਾਬਿਆ ਦੇ ਵਿੱਚ, ਦਲ ਪੰਥ ਦੀ ਤਾਬਿਆ ਦੇ ਵਿੱਚ ਚੱਲਣਾ। ਜੋ ਇਹ ਹੁਕਮ ਕਰਨ ਤੈਨੂੰ ਮੰਨਣਾ ਪਵੇਗਾ। ਤੇ ਜੇ ਤੂੰ ਨਾ ਮੰਨੈ ਜਬ ਖਾਲਸਾ ਤਬ ਹੋਵੇਗੀ ਤੁਮਰੀ ਹੀਣ। ਜੇ ਤੂੰ ਖਾਲਸੇ ਦਾ ਹੁਕਮ ਨਾ ਮੰਨੇ ਤੇ ਫਿਰ ਨੁਕਸਾਨ ਹੋਵੇਗਾ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਹਜੂਰ ਸਾਹਿਬ ਦੀ ਧਰਤੀ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਨੂੰ ਦਲ ਪੰਥ ਦਾ ਪਹਿਲਾ ਜਥੇਦਾਰ ਬਣਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੀ ਕਮਾਨ ਹੇਠ ਪੰਜਾਬ ਦੀ ਧਰਤੀ 'ਤੇ ਭੇਜਿਆ। ਪੰਜਾਬ ਦੀ ਧਰਤੀ 'ਤੇ ਜਦੋਂ ਸਿੰਘ ਸੂਰਮੇ ਪਹੁੰਚੇ ਤੇ ਜਦੋਂ ਪੰਜਾਬ ਦੀ ਧਰਤੀ 'ਤੇ ਫਤਿਹ ਦੇ ਨਿਸ਼ਾਨ ਝੁਲਾਏ, ਉਸ ਤੋਂ ਬਾਅਦ ਸਿੰਘ ਸਾਹਿਬ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਸ਼੍ਰੀ ਅਕਾਲ ਬੁੰਗੇ 'ਤੇ ਜਾ ਕਰਕੇ ਸਜੇ ਔਰ ਬਾਬਾ ਵਿਨੋਦ ਸਿੰਘ ਸਾਹਿਬ ਜੀ ਤੋਂ ਬਾਅਦ ਪੰਥ ਦੇ ਜਥੇਦਾਰ ਬਣੇ ਸਿੰਘ ਸਾਹਿਬ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ। ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਜੀ ਤੋਂ ਬਾਅਦ ਜਥੇਦਾਰ ਬਣੇ ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ। ਵੇਖੋ, ਇਹ ਕੇਵਲ ਇੱਕ ਖਿਣ ਮਾਤਰ ਝਾਤ ਆਪ ਜੀ ਦੇ ਨਾਲ ਪਾ ਰਹੇ ਹਾਂ। ਬਾਅਦ ਵਿੱਚ ਸਮੁੱਚੇ ਹੀ ਜਥੇਦਾਰ ਸਾਹਿਬਾਨਾਂ ਦੇ ਸੰਖੇਪ ਜੀਵਨ ਦੇ ਝਾਤ ਵੀ ਆਪ ਸਭ ਸੰਗਤਾਂ ਦੇ ਨਾਲ ਸਾਂਝ ਕਰਾਂਗੇ। ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ ਸਿੰਘ ਸਾਹਿਬ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਤੋਂ ਬਾਅਦ ਜਥੇਦਾਰ ਬਣੇ। ਤੇ ਸੱਚ ਹੈ ਕਿ ਸਿੰਘ ਸਾਹਿਬ ਜੀ ਦਾ ਜੋ ਜੀਵਨ ਹੈ ਉਹ ਸੇਵਾ ਸਿਮਰਨ ਤੇ ਨਿਮਰਤਾ ਦੀ ਮਿਸਾਲ ਹੈ। ਸਿੰਘ ਸਾਹਿਬ ਜੀ ਦਾ ਜੀਵਨ ਦੇ ਵਿੱਚ ਸੇਵਾ, ਉਹ ਸੇਵਾ ਕਿਵੇਂ ਕਮਾਈ ਜਾਵੇ ਗੁਰੂ ਨਾਨਕ ਸਾਹਿਬ ਦੇ ਘਰ ਦੀ, ਉਹ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਸਿੱਖਿਆ ਮਿਲਦੀ ਹੈ। ਕਿਵੇਂ ਨਿਮਰਤਾ ਦੇ ਵਿੱਚ ਰਹਿ ਕਰਕੇ ਗੁਰੂ ਕੇ ਖਾਲਸੇ ਦੀ, ਗੁਰੂ ਕੇ ਪੰਥ ਦੀ ਚਾਕਰੀ ਕੀਤੀ ਜਾਂਦੀ ਹੈ, ਉਹ ਸਿੰਘ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਸਿੱਖਿਆ ਮਿਲਦੀ ਹੈ। ਸੋ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਵੇਲੇ ਇਹ ਇਤਿਹਾਸ ਦੇ ਬੋਲ ਨੇ ਕਿ ਪੰਥ ਵਿੱਚ ਕਾਫੀ ਵਾਧਾ ਹੋਇਆ, ਜਿਸ ਕਰਕੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਨੇ ਸੂਝਵਾਨ ਸਿੰਘਾਂ ਦੇ ਨਾਲ ਗੁਰਮਤਾ ਕੀਤਾ, ਵਿਚਾਰ ਕੀਤੀ। ਗੁਰਮਤਾ ਕਰਨ ਉਪਰੰਤ ਸਿੰਘਾਂ ਦਾ ਜਥਾ ਬਣਾਇਆ, ਸਿੰਘਾਂ ਦੇ ਜਥੇ ਬਣਾ ਦਿੱਤੇ। 5 ਜਥੇ ਬਣਾਏ ਜਿਨ੍ਹਾਂ ਨੂੰ 5 ਤਰਨੇ ਦਲ ਕਿਹਾ ਗਿਆ। ਜਥਿਆਂ ਦੇ ਰੂਪ ਦੇ ਵਿੱਚ ਵੰਡ ਕਰਕੇ 5 ਤਰਨੇ ਦਲ ਬਣਾਏ। 5 ਸਰੋਵਰਾਂ ਤੇ 5 ਤਰਨੇ ਦਲਾਂ ਦਾ ਉਤਾਰਾ ਹੋਇਆ। ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ 'ਤੇ ਪਹਿਰਾ ਦਿੰਦੇ ਹੋਏ ਪੰਥ ਦਾ ਨਾਮ ਬੁੱਢਾ ਦਲ ਰੱਖਿਆ ਗਿਆ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਸੁਣ ਕੇ ਤੁਹਾਡੇ ਨਾਮ 'ਤੇ ਦਲ ਪੰਥ ਚੱਲੇਗਾ। ਤੇ ਇੱਕ ਹੋਰ ਬੇਨਤੀ ਕਰਾਂ ਕਿ ਭਾਵੇਂ 5 ਤਰਨਾ ਦਲ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਨੇ ਬਣਾਏ, ਪਰ ਅਗਵਾਈ ਹਰ ਵਕਤ ਬੁੱਢਾ ਦਲ 5ਵਾਂ ਤਖਤ ਨੇ ਹੀ ਕੀਤੀ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ ਦੇ ਜਥੇਦਾਰਾਂ ਨੇ ਕੀਤੀ। ਤੇ ਇਹ ਬਚਨ ਅੰਗਰੇਜ਼ੀ ਵਿਦਵਾਨਾਂ ਨੇ ਵੀ ਇਹ ਬਚਨਾਂ ਨੂੰ ਮੰਨਿਆ ਤੇ ਉਹਨਾਂ ਨੇ ਫਿਰ ਜ਼ਿਕਰ ਵੀ ਕੀਤਾ ਕਿ ਦੀ ਓਵਰਆਲ ਕੰਟਰੋਲ ਆਫ ਬੋਥ ਡਿਵੀਜ਼ਨ ਵਾਜ਼ ਵਿਦ ਨਵਾਬ ਕਪੂਰ ਸਿੰਘ ਸਾਹਿਬ ਵਿਦ ਹਿਜ਼ ਹੈੱਡਕੁਆਰਟਰ ਆਫ ਬੁੱਢਾ ਦਲ ਇਨ ਅੰਮ੍ਰਿਤਸਰ। ਕਿ ਭਾਵੇਂ ਵੱਖੋ ਵੱਖਰੇ ਤਰਨੇ ਦਲ ਸਨ, ਪਰ ਇਹਨਾਂ ਤਰਨੇ ਦਲਾਂ ਦੀ ਅਗਵਾਈ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਕਰਦੇ ਸਨ। ਬੁੱਢਾ ਦਲ ਦੇ ਜਥੇਦਾਰ ਆਪਣੇ ਹੈੱਡਕੁਆਰਟਰ 'ਤੇ, ਭਾਵ ਕਿਉਂਕਿ ਉਸ ਵਕਤ ਬੁੱਢਾ ਦਲ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਅਕਾਲ ਤਖਤ ਸਾਹਿਬ ਦੀ ਧਰਤੀ 'ਤੇ ਸਜਿਆ ਸੀ। ਇਤਿਹਾਸ ਦੇ ਬੋਲ ਨੇ ਕਿ ਪਹਿਲਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਜਥੇਦਾਰ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰੀ ਦੀ ਸੇਵਾ ਨਿਭਾਉਂਦੇ ਸਨ। ਇਹਨਾਂ ਤੋਂ ਬਾਅਦ ਜਥੇਦਾਰ ਬਣੇ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਜਿਨ੍ਹਾਂ ਨਾਲ ਹਰ ਵਕਤ 25,000 ਘੋੜ ਸਵਾਰ ਜਿਹੜੇ ਤਿਆਰ ਬਰ ਤਿਆਰ ਗੁਰੂ ਕੀਆਂ ਖਾਲਸਾਈ ਨਿਹੰਗ ਸਿੰਘ ਫੌਜਾਂ ਰਿਹਾ ਕਰਦੀਆਂ ਸਨ। ਅਤੇ ਸਿੰਘ ਸਾਹਿਬ ਜੀ ਨੇ ਲਾਲ ਕਿਲ੍ਹੇ ਦੇ ਉੱਤੇ 19 ਵਾਰ ਨਿਸ਼ਾਨ ਸਾਹਿਬ ਚਲਾਇਆ। ਇਹ ਇਤਿਹਾਸ ਦੇ ਬੋਲ ਨੇ। ਸਾਡੀ ਵਿਰਾਸਤ ਹੈ, ਸਾਨੂੰ ਮਾਣ ਕਰਨਾ ਚਾਹੀਦਾ ਆਪਣੇ ਵਡੇਰਿਆਂ 'ਤੇ, ਆਪਣੀ ਵਿਰਾਸਤ 'ਤੇ, ਕਿ ਅਸੀਂ ਉਹਨਾਂ ਦੀ ਵਿਰਾਸਤ ਤੋਂ ਤਾਲੁਕਾਤ ਰੱਖਦੇ ਹਾਂ, ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਲਾਲ ਕਿਲ੍ਹੇ 'ਤੇ ਵੀ 19 ਵਾਰ ਨਿਸ਼ਾਨ ਚਲਾਇਆ। ਤੇ ਐਡਵਾਂਸ ਸਟੱਡੀ ਇਨ ਦੀ ਹਿਸਟਰੀ ਆਫ ਮਾਡਰਨ ਇੰਡੀਆ ਦੇ ਵਿੱਚ ਵੀ ਇਹ ਲਿਖਿਆ ਹੈ ਕਿ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਚੜ੍ਹਤ, ਉਹਨਾਂ ਦਾ ਪ੍ਰਤਾਪ ਬਹੁਤ ਸੀ। ਹਰ ਵਕਤ ਉਹਨਾਂ ਦੇ ਨਾਲ 25,000 ਘੋੜਸਵਾਰ ਰਿਹਾ ਕਰਦੇ ਸਨ। ਤੇ ਉਹ ਅੰਗਰੇਜ਼ੀ ਵਿਦਵਾਨ ਲਿਖਦਾ ਹੈ ਕਿ ਵਾਈਲ ਦੀ ਬੁੱਢਾ ਦਲ ਕੰਸਿਸਟਿੰਗ ਆਫ 25,000 ਹੋਰਸ ਅੰਡਰ ਦੀ ਲੀਡਰਸ਼ਿਪ ਆਫ ਬਾਬਾ ਜੱਸਾ ਸਿੰਘ ਆਹਲੂਵਾਲੀਆ, ਕਿ 25,000 ਘੋੜਸਵਾਰ ਹਰ ਵਕਤ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨਾਲ ਰਿਹਾ ਕਰਦੇ ਸਨ। ਸਿੰਘ ਸਾਹਿਬ ਜੀ ਤੋਂ ਬਾਅਦ ਜਥੇਦਾਰ ਬਣੇ ਸਿੰਘ ਸਾਹਿਬ ਅਕਾਲੀ ਬਾਬਾ ਨੈਣਾ ਸਿੰਘ ਜੀ।
ਸਿੰਘ ਸਾਹਿਬ ਅਕਾਲੀ ਬਾਬਾ ਨੈਣਾ ਸਿੰਘ ਜੀ ਤੋਂ ਬਾਅਦ ਫਿਰ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਗੁਰਮਤਿ ਵਿੱਦਿਆ ਅਤੇ ਸ਼ਸਤਰ ਵਿੱਦਿਆ ਅਕਾਲੀ ਬਾਬਾ ਨੈਣਾ ਸਿੰਘ ਜੀ ਤੋਂ ਹੀ ਲਈ ਸੀ। ਔਰ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਅੱਜ ਵੀ ਜਦੋਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਦੀ ਗੱਲ ਆਉਂਦੀ ਹੈ ਤੇ ਅੱਜ ਵੀ ਗੁਰੂ ਕਾ ਖਾਲਸਾ ਪੰਥ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦੇ ਕੀਤੇ ਹੋਏ ਫੈਸਲਿਆਂ ਤੇ ਮਾਣ ਕਰਦਾ। ਸੱਚ ਹੈ ਉਹਨਾਂ ਦਿਨਾਂ ਦੇ ਵਿੱਚ ਸੇਵਾ ਨਿਭਾਈ ਜਿਨ੍ਹਾਂ ਦਿਨਾਂ ਦੇ ਵਿੱਚ ਸਿੰਘਾਂ ਦਾ ਪੱਤਾ ਪੱਤਾ ਵੈਰੀ ਰਿਹਾ ਕਰਦਾ। ਸੋ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਤੋਂ ਬਾਅਦ ਜਥੇਦਾਰ ਬਣੇ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ। ਸੱਚ ਹੈ ਜਿਨ੍ਹਾਂ ਨੇ ਆਪਣੇ ਵੇਲੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਨਾਲ ਜੇ ਕਿਸੇ ਨੇ ਆਜ਼ਾਦੀ ਦੀ ਜੰਗ ਲੜੀ ਤੇ ਉਹ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਨੇ ਲੜੀ, ਜਿਨ੍ਹਾਂ ਨੇ ਸਿੱਖ ਰਾਜ ਦੇ ਅੰਤਮ ਸਮੇਂ ਮੈਦਾਨ ਦੇ ਵਿੱਚ ਅੰਗਰੇਜ਼ੀ ਰਾਜ ਨੂੰ ਮੂੰਹ ਮੋੜਨ ਲਈ ਮਜਬੂਰ ਕਰ ਦਿੱਤਾ। ਉਹ ਨੇ ਸਿੰਘ ਸਾਹਿਬ ਬਾਬਾ ਹਨੂੰਮਾਨ ਸਿੰਘ ਜੀ। ਇਹਨਾਂ ਤੋਂ ਬਾਅਦ ਸਿੰਘ ਸਾਹਿਬ ਜਥੇਦਾਰ ਬਾਬਾ ਪ੍ਰਹਿਲਾਦ ਸਿੰਘ ਜੀ, ਉਸਨਾਂ ਤੋਂ ਬਾਅਦ ਸਿੰਘ ਸਾਹਿਬ ਜਥੇਦਾਰ ਬਾਬਾ ਗਿਆਨ ਸਿੰਘ ਜੀ ਤੇ 10ਵੇਂ ਜਥੇਦਾਰ ਹੋਏ ਸਿੰਘ ਸਾਹਿਬ ਜਥੇਦਾਰ ਬਾਬਾ ਤੇਜਾ ਸਿੰਘ ਜੀ, ਜਿਨ੍ਹਾਂ ਨੂੰ ਬ੍ਰਹਮ ਸਰੂਪ ਕਹਿ ਕਰਕੇ ਨਮਸਕਾਰ ਕੀਤੀ ਜਾਂਦੀ। ਹਰ ਵਕਤ ਬਾਣੀ ਦੇ ਵਿੱਚ, ਬਾਣੀ ਦੇ ਅਭਿਆਸ ਵਿੱਚ ਜੁੜੇ ਰਹਿੰਦੇ, ਸੇਵਾ ਦੇ ਵਿੱਚ ਜੁੜੇ ਰਹਿੰਦੇ, ਸਿਮਰਨ ਦੇ ਵਿੱਚ ਸੁਰਤ ਜੋੜੀ ਰੱਖਦੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 10 ਜਥੇਦਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਦੀ ਸੇਵਾ ਨਿਭਾਈ। ਸਿੰਘ ਸਾਹਿਬ ਜਥੇਦਾਰ ਬਾਬਾ ਤੇਜਾ ਸਿੰਘ ਜੀ ਤੋਂ ਬਾਅਦ 11ਵੇਂ ਜਥੇਦਾਰ ਬਣੇ ਸਿੰਘ ਸਾਹਿਬ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਜੀ, ਜਿਨ੍ਹਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਆਪਣੇ ਦਰਸ਼ਨ ਦੇ ਕੇ ਨਜ਼ਰੋਂ ਨਜ਼ਰ ਨਿਹਾਲ ਕੀਤਾ, ਜਿਨ੍ਹਾਂ ਦੇ ਜੀਵਨ ਦੇ ਵਿੱਚ ਅਨੇਕਾਂ ਹੀ ਕਲਾਂ ਉਹ ਗੁਰੂ ਕਿਆਂ ਸਿੰਘਾਂ ਨੇ ਵੇਖੀ ਤੇ ਉਹਨਾਂ ਦਾ ਨਾਮ ਹੀ ਇਹ ਪੈ ਗਿਆ ਕਿ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਜੀ, ਕਿਉਂਕਿ ਉਹਨਾਂ ਦੀ ਕਲਾ ਪ੍ਰਤੱਖ ਰੂਪ ਵਿੱਚ ਵੇਖੀ ਜਾ ਸਕਦੀ ਸੀ। ਸੋ 12ਵੇਂ ਜਥੇਦਾਰ ਹੋਏ ਸਿੰਘ ਸਾਹਿਬ ਜਥੇਦਾਰ ਬਾਬਾ ਚੇਤ ਸਿੰਘ ਜੀ 96 ਕਰੋੜੀ ਜੀ। ਉਹਨਾਂ ਤੋਂ ਬਾਅਦ ਫਿਰ 13ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਸੰਤਾ ਸਿੰਘ ਜੀ 96 ਕਰੋੜੀ। ਜਿਨ੍ਹਾਂ ਜਿਹਾ ਵਿਦਵਾਨ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਵੇਗਾ। ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਅਕਸਰ ਹੀ ਨਿਹੰਗ ਸਿੰਘਾਂ ਬਾਰੇ ਇਹ ਦੱਸਿਆ ਕਰਦੇ ਸਨ ਕਿ ਨਿਹੰਗ ਖਾਲਸਾ ਜੀ ਉਹ ਹੈ ਜੋ ਮੁਕਤੀ ਦੇ ਸੰਕਲਪ ਤੋਂ ਉੱਚਾ ਹੋਵੇ, ਭਾਵ ਜਿਹੜਾ ਗੁਰਬਾਣੀ ਤੇ ਪਹਿਰਾ ਦਵੇ, ਇਹ ਗੱਲ ਕਵੇ ਰਾਜ ਨਾ ਚਾਹੋਂ ਮੁਕਤ ਨਾ ਚਾਹੋਂ ਮਨ ਪ੍ਰੀਤ ਚਰਨ ਕਮਲਾਰੇ। ਉਹ ਹੈ ਨਿਹੰਗ ਸਿੰਘ ਜਿਹਨੂੰ ਗੁਰੂ ਕੋਲੋਂ ਰਾਜ ਵੀ ਨਹੀਂ ਚਾਹੀਦਾ, ਮੁਕਤੀ ਵੀ ਨਹੀਂ ਚਾਹੀਦੀ। ਕੀ ਚਾਹੀਦਾ ਗੁਰੂ ਕੇ ਨਿਹੰਗ ਸਿੰਘ ਨੂੰ? ਕੇਵਲ ਤੇ ਕੇਵਲ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ। ਵੇਖੋ ਅੱਜ ਮਾफ़ ਕਰ ਦਿਓ, ਗੁਸਤਾਖੀ ਦੀ ਮਾफ़ੀ ਮੈਂ ਚਾਹੁੰਦਾ ਕਿ ਮਾਇਆ ਕਰਕੇ, ਦੌਲਤ ਕਰਕੇ ਹਰ ਇੱਕ ਬੰਦਾ ਭਾਵੇਂ ਧਰਮ ਦੇ ਕਰਮ ਕਰ ਲੇ ਤੇ ਭਾਵੇਂ ਰਾਜਨੀਤੀ ਦੇ ਕਰਮ ਕਰ ਲੇ, ਪਰ ਇਹ ਗੁਰੂ ਕੇ ਨਿਹੰਗ ਸਿੰਘ ਹੀ ਨੇ ਜਿਹੜੇ ਬਿਨਾਂ ਮਾਇਆ ਦੇ ਲਾਲਚ ਤੋਂ ਹੀ ਦਲਾਂ ਪੰਥਾਂ ਦੇ ਵਿੱਚ ਸੇਵਾ ਕਰਦੇ ਨੇ ਤੇ ਮੰਗਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਪ੍ਰੀਤੀ। ਸੋ ਸਿੰਘ ਸਾਹਿਬ ਨੇ ਬਚਨ ਕਰਨੇ, ਨਿਹੰਗ ਉਹ ਹੈ ਜਿਹੜਾ ਮੁਕਤੀ ਦੇ ਸੰਕਲਪ ਤੋਂ ਮੁਕਤ ਹੋਵੇ। ਨਿਹੰਗ ਇਜ਼ ਲਿਬਰੇਟਿਡ ਫਰੋਮ ਦੀ ਕਨਸੈਪਟ ਆਫ ਲਿਬਰੇਸ਼ਨ। ਸੋ ਸਿੰਘ ਸਾਹਿਬ ਜਥੇਦਾਰ ਬਾਬਾ ਸੰਤਾ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਜਿੱਥੇ ਅਨੇਕਾਂ ਹੀ ਸੇਵਾਵਾਂ ਕੀਤੀਆਂ, ਅੱਜ ਵੀ ਨੌਜਵਾਨ ਸਿੰਘ ਸਾਹਿਬ ਜਥੇਦਾਰ ਬਾਬਾ ਸੰਤਾ ਸਿੰਘ ਜੀ ਨੂੰ ਯਾਦ ਕਰਦੇ ਨੇ। ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਰਹਿੰਦਿਆਂ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਜਥੇਦਾਰੀ ਜੋ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਜੀ ਨੂੰ ਦਿੱਤੀ, ਜਿਨ੍ਹਾਂ ਨੇ 40-45 ਸਾਲ ਲਗਭਗ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਦਲ ਪੰਥ ਦੀ ਸੇਵਾ ਕੀਤੀ ਹੈ ਤੇ ਅੱਜ ਵੀ ਅਨੇਕਾਂ ਸੇਵਾਵਾਂ ਦਲ ਪੰਥ ਦੀ ਚੜ੍ਹਦੀ ਕਲਾ ਦੇ ਕਾਰਜ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਕਰ ਰਹੇ ਨੇ। ਸੋ ਮੈਂ ਬੇਨਤੀ ਕਰਾਂ ਕਿ ਇਹ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਜਥੇਦਾਰ ਸਾਹਿਬਾਨ, ਜਿਨ੍ਹਾਂ ਦੇ ਇਤਿਹਾਸ ਦੇ ਉੱਤੇ ਅੱਜ ਵੀ ਗੁਰੂ ਕਾ ਖਾਲਸਾ ਪੰਥ ਮਾਣ ਕਰਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਸੰਖੇਪ ਜੀਵਨ ਦੇ ਉੱਤੇ ਵੀ ਆਪ ਜੀ ਨਾਲ ਸਾਂਝ ਪਾਵਾਂਗੇ। ਖਾਲਸਾ ਜੀ, ਮੈਂ ਬੇਨਤੀ ਕਰਾਂ ਕਿ ਇਸ ਅਕਾਲੀ ਪੰਥ ਦੇ ਜੋ ਨਿਹੰਗ ਸਿੰਘ ਗੁਰੂ ਕੇ ਸੂਰਮੇ ਨੇ, ਜੋ ਖਾਲਸੇ ਨੇ, ਇਹ ਕੌਣ ਨੇ? ਵੇਖੋ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਜਿਹੜਾ ਸਚਿਆਰ ਸ਼ਬਦ ਸਿੱਖ ਲਈ ਵਰਤਿਆ, ਸੱਚ ਹੈ ਉਸੇ ਸਚਿਆਰ ਸ਼ਬਦ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਬਣਾਇਆ। ਉਸੇ ਸਚਿਆਰ ਸਿੱਖ ਨੂੰ ਖਾਲਸਾ ਬਣਾਇਆ ਜਿਹੜੇ ਵਿੱਚ ਕੋਈ ਰਲਾ ਮਿਲਾ ਨਹੀਂ, ਜਿਹਦੇ ਵਿੱਚ ਈਰਖਾ ਨਹੀਂ, ਦਵੈਸ਼ ਨਹੀਂ, ਜਿਹੜਾ ਖਾਲਸ ਹੈ, ਜਿਹੜਾ ਸੱਚਮੁੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਹੋਇਆ ਹੈ। ਸੋ ਹੁਣ ਮੈਂ ਬੇਨਤੀ ਕਰਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਨਾਮ ਤੇ ਕਿ ਇਸ ਨੂੰ ਸ਼੍ਰੋਮਣੀ ਕਿਉਂ ਕਿਹਾ ਜਾਂਦਾ ਹੈ। ਖਾਲਸਾ ਜੀਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਬਚਨ ਨੇ
ਕਿ ਸੰਸਾਰ ਤੇ ਬ੍ਰਹਮੰਡ ਤੇ ਜੇ ਕੋਈ ਸ਼੍ਰੋਮਣੀ ਹੈ ਤੇ ਉਹ ਹੈ ਪਰਮਾਤਮਾ ਦਾ ਨਾਮ। ਨਾਮ ਸ਼੍ਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ। ਕਿ ਜੇ ਸ਼੍ਰੋਮਣੀ ਹੈ ਤੇ ਪਰਮਾਤਮਾ ਦਾ ਨਾਮ ਸ਼੍ਰੋਮਣੀ ਹੈ। ਤੇ ਸੱਚ ਹੈ ਕਿ ਅੱਜ ਵੀ ਦਲ ਪੰਥ ਦੇ ਅੰਦਰ ਗੁਰੂ ਕੇ ਨਿਹੰਗ ਸਿੰਘ ਜਦੋਂ ਸੇਵਾ ਕਰਦੇ ਨੇ ਤੇ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੋੜੀ ਰੱਖਦੇ ਨੇ। ਸੋ ਸ਼੍ਰੋਮਣੀ ਨਾਮ ਦੇ ਵਿੱਚ ਸੁਰਤ ਜੋੜਦੇ ਨੇ। ਇਸੇ ਕਰਕੇ ਗੁਰੂ ਕਾ ਖਾਲਸਾ ਪੰਥ ਇਹ ਵੀ ਸ਼੍ਰੋਮਣੀ ਹੈ। ਅੱਜ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਵਿੱਚ 12 ਵਜੇ ਤੋਂ ਬਾਅਦ ਹੀ ਅੰਮ੍ਰਿਤ ਵੇਲਾ ਸਾਂਭਿਆ ਜਾਂਦਾ। ਸੋ ਦੂਸਰਾ ਪੰਥ ਕਿਉਂ ਕਿਹਾ ਜਾਂਦਾ ਹੈ? ਖਾਲਸਾ ਜੀ ਪੰਥ ਦੇ ਜਿਹੜੇ ਪੁਰਾਤਨ ਅਰਥ ਸ਼ਾਸਤਰਾਂ ਦੇ ਵਿੱਚ ਮਿਲਦੇ ਨੇ ਉਹਨੇ ਮਹਾਜਨਾ ਯੈਨ ਗਤ ਸਾ ਪੰਥਾ, ਕਿ ਕਿਸੇ ਸੁਚੱਜੇ ਰਾਹ ਦੇ ਉੱਤੇ ਜਦੋਂ ਮਹਾਂਪੁਰਖ ਚੱਲ ਕੇ ਮਰਿਆਦਾ ਦਾ ਪਾਲਣ ਕਰਦੇ ਨੇ, ਮਰਿਆਦਾ ਨੂੰ ਜੀਵਨ ਵਿੱਚ ਕਮਾਉਂਦੇ ਨੇ, ਉਹੀ ਪੰਥ ਤੇ ਪੰਥੀ ਨੇ। ਭਾਵ ਕਿਸੇ ਸੁਚੱਜੇ ਰਾਹ 'ਤੇ ਚੱਲਣਾ, ਕਿਸੇ ਪੀਰ ਵੱਲੋਂ ਗੁਰੂ ਵੱਲੋਂ ਦਿੱਤੀ ਹੋਈ ਮਰਿਆਦਾ ਦਾ ਪਾਲਣ ਕਰਨਾ। ਤੇ ਮੈਂ ਬੇਨਤੀ ਕਰਾਂ, ਜਿਵੇਂ 18ਵੀਂ ਸਦੀ ਦੇ ਵਿੱਚ ਵੀ ਗੁਰੂ ਕੇ ਸਿੰਘ ਘੋੜਿਆਂ 'ਤੇ ਸਵਾਰ ਹੋ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ, ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਰੂਪ ਪ੍ਰਕਾਸ਼ ਕਰਕੇ ਪਾਲਕੀ ਸਾਹਿਬ ਲੈ ਕਰਕੇ ਪਿੰਡਾਂ ਪਿੰਡਾਂ ਵਿੱਚ, ਸ਼ਹਿਰਾਂ ਸ਼ਹਿਰਾਂ ਵਿੱਚ ਜਾ ਕੇ ਬਾਣੀ ਬਾਣੇ ਦਾ ਪ੍ਰਚਾਰ ਕਰਦੇ ਸਨ। ਅੱਜ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਪਿੰਡਾਂ ਪਿੰਡਾਂ ਵਿੱਚ, ਸ਼ਹਿਰਾਂ ਸ਼ਹਿਰਾਂ 'ਚ, ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕਰਕੇ ਘੋੜਿਆਂ 'ਤੇ ਸਵਾਰ ਹੋ ਕਰਕੇ ਬਾਣੀ ਬਾਣੇ ਦਾ ਪ੍ਰਚਾਰ ਕਰਦਾ ਹੈ। ਤੇ ਦੂਸਰਾ ਪੰਥ ਸ਼ਬਦ ਇਸ ਕਰਕੇ ਵੀ ਕਿਹਾ ਹੈ ਕਿ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਰਬਲੋਕ ਗ੍ਰੰਥ ਸਾਹਿਬ ਦੇ ਵਿੱਚ ਬਚਨ ਕੀਤੇ ਨੇ ਕਿ ਪੰਥ ਖਾਲਸਾ ਭਇਓ ਪੁਨੀਤਾ ਪ੍ਰਭ ਆਗਿਆ ਕਰ ਉਦਤ ਭਏ। ਕਿ ਜੋ ਖਾਲਸਾ ਪੰਥ ਪ੍ਰਗਟ ਹੋਇਆ ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਆਗਿਆ ਦੇ ਨਾਲ ਪ੍ਰਗਟ ਹੋਇਆ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਪੰਥ ਇਸ ਕਰਕੇ ਕਿਹਾ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ, ਆਪਣੇ ਜੇਕਰ ਜੀਵਨ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਨਿਸ਼ਾਨ ਨਗਾਰਾ ਬਖਸ਼ ਕਰ, ਸ਼ਸਤਰ ਬਖਸ਼ ਕਰ ਕਿਸੇ ਨੂੰ ਤੋਰਿਆ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਜੀ ਨੂੰ ਤੋਰਿਆ। ਸੋ ਇਸ ਕਰਕੇ ਪੰਥ ਸ਼ਬਦ ਵਰਤਿਆ ਜਾਂਦਾ ਹੈ। ਤੇ ਅਕਾਲੀ ਸ਼ਬਦ ਇਸ ਕਰਕੇ ਕਿਹਾ ਜਾਂਦਾ ਹੈ, ਅਕਾਲੀ ਦਾ ਭਾਵ ਹੁੰਦਾ ਹੈ ਕਾਲ ਤੋਂ ਰਹਿਤ, ਕਿਉਂਕਿ ਗੁਰੂ ਕੇ ਨਿਹੰਗ ਸਿੰਘ ਗੁਰੂ ਕਾ ਖਾਲਸਾ ਉਸ ਅਕਾਲ ਦੇ ਵਿੱਚ ਸੁਰਤ ਜੋੜਦਾ ਹੈ ਜਿਹੜਾ ਖੁਦ ਕਾਲ ਤੋਂ ਰਹਿਤ ਹੈ। ਸੱਚ ਹੈ, ਅਕਾਲ ਅਕਾਲ ਗੁਰਬਰ ਅਕਾਲ ਦਾ ਜਾਪ ਕਰਦੇ ਕਰਦੇ ਗੁਰੂ ਕੇ ਨਿਹੰਗ ਸਿੰਘ ਖੁਦ ਕਾਲ ਤੋਂ ਰਹਿਤ ਹੋ ਚੁੱਕੇ ਨੇ। ਇਹ ਪੰਥ ਖੁਦ ਕਾਲ ਤੋਂ ਰਹਿਤ ਹੋ ਚੁੱਕਿਆ। ਸਦੀਆਂ ਤੋਂ ਗੁਰੂ ਕੇ ਸਾਜੇ ਨਵਾਜੇ ਇਸ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨੂੰ ਖਤਮ ਕਰਨ ਦੇ, ਮਕਾਉਣ ਦੇ ਅਨੇਕਾਂ ਯਤਨ ਕੀਤੇ ਗਏ, ਪਰ ਉਹ ਲੋਕ ਖੁਦ ਮਿਟ ਗਏ। ਪਰ ਗੁਰੂ ਕਾ ਖਾਲਸਾ ਪੰਥ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਵਿਚਰਦਾ ਰਿਹਾ। ਤੇ ਇੱਕ ਵਿਦਵਾਨ ਦੇ ਬੋਲ ਨੇ ਕਿ ਸੱਚ ਹੈ ਕਿ ਕਾਲ ਤਾਂ ਖਤਮ ਹੋ ਸਕਦਾ ਹੈ, ਪਰ ਗੁਰੂ ਕਾ ਸਾਜਿਆ ਇਹ ਖਾਲਸਾ ਪੰਥ ਬੁੱਢਾ ਦਲ ਅਕਾਲੀ ਕਦੇ ਖਤਮ ਨਹੀਂ ਹੋ ਸਕਦਾ। ਟਾਈਮ ਕੈਨ ਫਲੋ ਆਫ ਬਟ ਖਾਲਸਾ ਪੰਥ ਬੁੱਢਾ ਦਲ ਇਜ਼ ਫੋਰ ਐਵਰ। ਇਹ ਸਦਾ ਕਾਇਮ ਰਹੇਗਾ। ਕਿਉਂ? ਕਿਉਂਕਿ ਇਸ ਦੀ ਸਾਜਨਾ ਅਕਾਲੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਹੈ, ਕਿਸੇ ਮਾਮੂਲੀ ਜਿਹੇ ਇਨਸਾਨ ਨੇ ਨਹੀਂ ਕੀਤੀ। ਤੇ ਬੁੱਢਾ ਦਲ ਕਿਉਂ ਕਿਹਾ ਜਾਂਦਾ ਹੈ? ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਖਾਲਸਾ ਜੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਸਨ ਕਿ ਤੁਹਾਡੇ ਨਾਮ ਤੇ ਨਿਸ਼ਾਨ ਝੁੱਲਣਗੇ, ਨਗਾਰਿਆਂ ਤੇ ਚੋਟਾਂ ਪੈਣਗੀਆਂ, ਪਲੇ ਪਲਾਏ ਭੁਜੰਗੀ ਆਉਣਗੇ, ਘੋੜਸਵਾਰ ਫੌਜਾਂ ਹੋਣਗੀਆਂ, ਰਿੱਧੀਆਂ ਸਿੱਧੀਆਂ ਨਾਲ ਭਰਪੂਰ ਹੋਵੇਗਾ, ਦਲ ਪੰਥ ਚੱਲੇਗਾ। ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਹੀ ਇਹ ਦਲ ਪੰਥ ਵਿਚਰ ਰਿਹਾ। ਪਿਆਰ ਵਾਲਿਓ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਸ਼ਬਦ ਕਿਉਂ ਕਿਹਾ ਜਾਂਦਾ ਹੈ? ਇਹ ਬਾਰ-ਬਾਰ ਸੰਗਤਾਂ ਵੱਲੋਂ ਪ੍ਰਸ਼ਨ ਆਉਂਦੇ ਨੇ। ਖਾਲਸਾ ਜੀ, ਜੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਇਤਿਹਾਸ ਨੂੰ ਵਾਚਾਂਗੇ, ਜਿਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਖਜ਼ਾਨਾ ਬਖਸ਼ਿਆ, ਤੇ ਜਦੋਂ ਖਾਲਸੇ ਨੂੰ ਖਜ਼ਾਨਾ ਵਰਤਾਇਆ ਗਿਆ, ਮਾਇਆ ਵਰਤਾਏਗੀ, ਤਾਂ ਵੀ ਗੁਰੂ ਕੇ ਘਰ ਦੇ ਵਿੱਚ ਕਦੇ ਦਿਨ ਦੇ ਟੋਟ ਨਾ ਆਵੇ, ਅਗਣਤ ਭਰੇ ਭੰਡਾਰ। ਕਦੇ ਵੀ ਖਜ਼ਾਨੇ ਗੁਰੂ ਕੇ ਖਾਲੀ ਨਹੀਂ ਹੁੰਦੇ। ਖਜ਼ਾਨਾ ਕਾਫੀ ਬਚ ਗਿਆ। ਸਤਿਗੁਰੂ ਸਾਹਿਬ ਨੇ ਬਚਨ ਕੀਤੇ ਗੁਰੂ ਕਿਆਂ ਸਿੰਘਾਂ ਨੂੰ ਕਿ ਇਸ ਖਜ਼ਾਨੇ ਨੂੰ ਪਹਾੜੀ ਹੇਠਾਂ ਨੱਪ ਦਿੱਤਾ ਜਾਵੇ, ਜਿੱਥੇ ਅੱਜ ਮਾਲ ਟੇਕੜੀ ਸਾਹਿਬ ਗੁਰਦੁਆਰਾ ਸਾਹਿਬ ਹੈ। ਪਿਆਰ ਵਾਲਿਓ, ਉੱਥੇ ਜਦੋਂ ਗੁਰੂ ਕੇ ਖਾਲਸੇ ਨੇ ਪੁੱਛਿਆ, ਮਹਾਰਾਜ ਇਹ ਖਜ਼ਾਨਾ ਕਿਉਂ ਨੱਪਿਆ ਜਾਵੇ, ਇਹ ਖਜ਼ਾਨੇ ਨੂੰ ਇੱਥੇ ਨੱਪਣ ਦਾ ਕਾਰਨ ਕੀ ਹੈ? ਤੇ ਸਤਿਗੁਰੂ ਨੇ ਕਿਹਾ, ਜਦੋਂ 96 ਕਰੋੜ ਖਾਲਸਾ ਪ੍ਰਗਟ ਹੋਵੇਗਾ, ਜਦੋਂ 96 ਕਰੋੜ ਖਾਲਸਾ ਤਿਆਰ ਹੋਵੇਗਾ,
ਤੇ ਇਹ ਖਜ਼ਾਨਾ ਇਸ ਧਰਤੀ ਹੇਠਾਂ ਪ੍ਰਗਟ ਹੋਵੇਗਾ। 2.5 ਦਿਨ ਲੰਗਰ ਪਕੇਗਾ। ਇਸੇ ਖਜ਼ਾਨੇ ਦੇ ਨਾਲ ਗੁਰੂ ਕੇ ਖਾਲਸੇ ਨੂੰ ਅਸਤਰ ਵਸਤਰ ਸ਼ਸਤਰ ਬਖਸ਼ੇ ਜਾਣਗੇ। ਮਾਇਆ ਇਕੱਠੀ ਕਰਕੇ ਦੇਵੋਂ ਲੰਗਰ ਲਾਏ, ਨੰਗਾ ਭੁੱਖਾ ਅਰਥੀਆਂ ਖਾਲੀ ਕੋਈ ਨਾ ਜਾਏ। ਇਹ ਖਜ਼ਾਨਾ ਪ੍ਰਗਟ ਹੋਵੇਗਾ ਜਦੋਂ 96 ਕਰੋੜ ਖਾਲਸਾ ਤਿਆਰ ਹੋ ਗਿਆ। ਤੇ ਪਿਆਰ ਵਾਲਿਓ, ਇਤਿਹਾਸ ਦੇ ਵਿੱਚ ਇਹ ਵੀ ਬਚਨ ਮਿਲਦੇ ਸਨ ਕਿ ਜਦੋਂ ਵੀ ਖਾਲਸਾ ਪੰਥ ਨੇ ਕੋਈ ਵੀ ਮੋਰਚਾ ਲਾਇਆ, ਭਾਵੇਂ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਵੇਲੇ, ਸਿੰਘ ਸਾਹਿਬ ਅਕਾਲੀ ਬਾਬਾ ਨੈਣਾ ਸਿੰਘ ਜੀ ਵੇਲੇ, ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਵੇਲੇ, ਸਿੰਘ ਸਾਹਿਬ ਅਕਾਲੀ ਬਾਬਾ ਹਨੂਮਾਨ ਸਿੰਘ ਜੀ ਵੇਲੇ, ਤਾਂ ਉਸ ਵਕਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਜਥੇਦਾਰਾਂ ਨੇ ਹਮੇਸ਼ਾ ਪੰਥ ਦੀ ਅਗਵਾਈ ਕੀਤੀ। ਤੇ ਸ਼ਬਦ ਪ੍ਰਚਲਿਤ ਹੋ ਗਏ ਕਿ ਜਦੋਂ ਵੀ 96 ਕਰੋੜ ਖਾਲਸਾ ਪ੍ਰਗਟ ਹੋਵੇਗਾ ਤੇ ਉਸ 96 ਕਰੋੜ ਖਾਲਸੇ ਦੀ ਅਗਵਾਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦਾ ਜਥੇਦਾਰ ਹੀ ਕਰੇਗਾ, ਕਿਉਂਕਿ ਇਹ ਉਹ ਅਕਾਲੀ ਪੰਥ ਦਾ ਜਥੇਦਾਰ ਹੈ ਜਿਸ ਅਕਾਲੀ ਪੰਥ ਦੀ ਸਾਜਨਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨਾਂ ਸਦਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ। ਸੋ ਪੰਜਵਾਂ ਤਖਤ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਪਿਆਰ ਵਾਲਿਓ, 4 ਤਖਤ ਨੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਇਤਿਹਾਸ ਦੇ ਜੋ ਬੋਲ ਨੇ ਭਾਈ ਕਾਹਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਨੂੰ ਜੇ ਪੜ੍ਹਾਂਗੇ ਤੇ ਉੱਥੇ 5 ਤਖਤਾਂ ਦਾ ਜੋ ਜ਼ਿਕਰ ਹੈ, ਸ਼੍ਰੀ ਅਕਾਲ ਬੁੰਗਾ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਇਹ 4 ਤਖਤ ਉਹ ਨੇ ਜਿਹੜੇ ਇੱਕ ਜਗ੍ਹਾ ਸਥਿਤ ਨੇ, ਇੱਕ ਜਗ੍ਹਾ ਸਥਿਰ ਨੇ। ਤੇ ਪੰਜਵਾਂ ਤਖਤ ਚੱਲਦਾ ਵਹੀਰ ਹੈ, ਚੱਕਰਵਰਤੀ ਹੈ। ਪੰਜਵਾਂ ਤਖਤ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਮਰਿਆਦਾ ਤੇ ਪਹਿਰਾ ਦਿੰਦਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਵਹੀਰ ਦੇ ਵਿੱਚ ਚੱਲਣ ਵਾਲਾ ਗੁਰੂ ਕਾ ਖਾਲਸਾ ਹੈ ਪੰਜਵਾਂ ਤਖਤ। ਭਾਵ ਉਹ ਪੰਜਵਾਂ ਤਖਤ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰ ਕਰਕੇ ਬਾਣੀ ਬਾਣੇ ਦਾ ਪ੍ਰਚਾਰ ਕਰੇ, ਅੰਮ੍ਰਿਤ ਛਕਾਵੇ ਗੁਰੂ ਕਿਆ ਸਿੱਖਾਂ ਨੂੰ, ਖੰਡੇ ਬਾਟੇ ਦੀ ਪੋਲ ਦੇ ਕਰਕੇ ਗੁਰੂ ਕੇ ਖਾਲਸੇ ਪੰਥ ਦੇ ਵਿੱਚ ਭਰਤੀ ਕਰੇ। ਸੋ ਮੈਂ ਬੇਨਤੀ ਕਰਾਂ, ਇਹ ਜੋ ਪੁਰਾਤਨ ਮਰਿਆਦਾ ਪੰਥ ਦੇ ਵਿੱਚ ਇਹੋ ਸੀ ਕਿ ਜਾਂ ਤਾਂ ਗੁਰੂ ਕੇ ਸਿੱਖ ਤਖਤਾਂ 'ਤੇ ਜਾ ਕੇ ਅੰਮ੍ਰਿਤ ਛਕਿਆ ਕਰਦੇ ਸੀ ਤੇ ਜਾਂ ਫਿਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਵਿੱਚ ਆ ਕਰਕੇ ਅੰਮ੍ਰਿਤ ਛਕਿਆ ਕਰਦੇ ਸੀ। ਕੋਈ ਹੋਰ ਅੰਮ੍ਰਿਤ ਸੰਚਾਰ ਨਹੀਂ ਸੀ ਕਰ ਸਕਦਾ, ਜਾਂ ਤਖਤਾਂ 'ਤੇ ਹੁੰਦਾ ਸੀ ਜਾਂ ਬੁੱਢਾ ਦਲ ਕਰਦਾ ਸੀ। ਸੋ ਕਾਫੀ ਇਤਿਹਾਸ ਦੇ ਵਿੱਚ ਜੋ ਕਿ ਅੰਗਰੇਜ਼ਾਂ ਵੱਲੋਂ ਰਲਾ ਕੀਤਾ ਗਿਆ, ਕਿਉਂਕਿ ਇਸ ਪੰਥ ਨੇ ਕਦੇ ਵੀ ਅੰਗਰੇਜ਼ਾਂ ਦਾ ਰਾਜ ਕਾਇਮ ਨਹੀਂ ਹੋਣ ਦਿੱਤਾ। ਇਹ ਪੰਥ ਸਦਾ ਜੂਝਦਾ ਰਿਹਾ। ਇਸੇ ਕਰਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੇ ਇਤਿਹਾਸ ਨੂੰ ਵਿਗਾੜਨ ਦੇ ਯਤਨ ਸਮੇਂ ਸਿਰ ਅੰਗਰੇਜ਼ਾਂ ਵੱਲੋਂ, ਜ਼ਾਲਮਾਂ ਵੱਲੋਂ ਹੁੰਦੇ ਰਹੇ। ਪਰ ਅੱਜ ਗੁਰੂ ਕਿਆਂ ਸਿੱਖਾਂ ਨੂੰ, ਗੁਰੂ ਕੀ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਨੂੰ, ਪੁਰਾਤਨ ਵਿਰਸੇ ਨੂੰ ਜ਼ਰੂਰ ਸਾਂਭਣਾ ਚਾਹੀਦਾ, ਬਾਣੀ ਬਾਣੇ ਦੇ ਧਾਰਨੀ ਹੋਣਾ ਚਾਹੀਦਾ। ਸੋ ਇਤਨੀਆਂ ਬੇਨਤੀਆਂ ਆਪ ਸਭ ਸੰਗਤਾਂ ਨੇ ਪ੍ਰਵਾਨ ਕਰਨੀਆਂ। ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਸਮੁੱਚੇ ਜਥੇਦਾਰਾਂ ਦੇ ਜੀਵਨ ਦੇ ਉੱਤੇ ਵੀ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਾਵਾਂਗੇ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।